गुड मॉर्निंग स्टूडेंट्स। अज आपां पढ़ना है लेख पंजाबी सभ्याचारक परिवर्तन। तो यह डॉक्टर राजिंदर सिंह बराड़ की रचना हैगी। तो जो डॉक्टर राजिंदरपाल सिंह बराड़ ने तो उन्होंने पंजाबी साहित्य बहुत हत्थ जमाया, जिमें उन्होंने दी रचनावां ने भारती दर्शन, उत्तराधुनिक पंजाबी कविता, सुरजीत पात्र की काव्य संवेदना, आधुनिक पंजाबी कविता पुनर्चिंतन। तो उन्होंने जोड़ा विशेष काम रहा है वह कविता ते रहा है। तो अजकल ये पंजाबी यूनीवर्सिटी पटियाला विखे पंजाबी विभाग के एज ए प्रोफैसर सेवा निभा रहे हैं। तो इन्होंने इस लैसन दे विच पंजाबी सभ्याचार दे विच ਪਹਿਲਾਂ वाले सभ्याचार नालों की परिवर्तन आया उस बारे आपां नूं दस्सिआ। तां आपां पढ़दे हां पंजाबी सभ्याचार परिवर्तन, पंजाबी सभ्याचार दे विच आईआं तब्दीलियां। तां जिहड़ा सभ्याचार है ਉਹ ਬਦਲਦਾ ਰਹਿੰਦਾ ਹੈ, ਉਸ ਦੇ ਵਿੱਚ ਪਰਿਵਰਤਨ ਆਉਂਦਾ ਰਹਿੰਦਾ ਹੈ। ਤਾਂ ਸਮੇਂ ਦੀਆਂ ਪ੍ਰਸਥਿਤੀਆਂ, ਜੀਵਨ ਜਾਚ ਅਤੇ ਪੈਦਾਵਾਰ ਹਾਲਤਾਂ ਦੇ ਨਾਲ ਸੱਭਿਆਚਾਰ ਹੈ ਜਿਹੜਾ ਉਹ ਸਾਡਾ ਬਦਲ ਜਾਂਦਾ ਹੈ। ਸਾਡੀਆਂ ਕਦਰਾਂ ਕੀਮਤਾਂ, ਰੁਚੀਆਂ, ਕਲਾਵਾਂ, ਕੰਮ ਧੰਦਿਆਂ ਸਾਰਿਆਂ 'ਤੇ ਇਸ ਦਾ ਜਿਹੜਾ ਅਸਰ ਹੈ ਉਹ ਪੈਂਦਾ ਹੈ। ਤਾਂ ਜਿਹੜਾ ਇਹ ਪਰਿਵਰਤਨ ਹੈ ਉਹ ਬੜੀ ਹੌਲੀ ਹੌਲੀ ਹੁੰਦਾ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਖੇਤੀਬਾੜੀ ਆਧਾਰਿਤ ਜਾਗੀਰਦਾਰੀ ਪ੍ਰਬੰਧ ਮਰਦਾਵਾ ਹੁੰਦਾ ਸੀ। ਉਸ ਦੇ ਵਿੱਚ ਕੁੜੀ ਦੇ ਮੁਕਾਬਲੇ ਮੁੰਡੇ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਸੀ। ਤਾਂ ਅੱਜ ਕੱਲ੍ਹ ਅਤੇ ਪਹਿਲਾਂ ਕੀ ਸੀ, ਔਰਤ ਨੂੰ ਕੀ ਸੀ, ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਤਾਂ ਗੁਰੂ ਨਾਨਕ ਦੇਵ ਜੀ ਨੇ ਵੀ ਇਸ ਦਾ ਵਿਰੋਧ ਕੀਤਾ ਹੈ ਕਿ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਪਰ ਅੱਜ ਕੱਲ੍ਹ ਕੁਝ ਹੱਦ ਤੱਕ ਔਰਤ ਦੀ ਜਿਹੜੀ ਸਥਿਤੀ ਹੈ ਉਸ ਦੇ ਵਿੱਚ ਸੁਧਾਰ ਆਇਆ ਹੈ। ਉਹ ਪੜ੍ਹ ਲਿਖ ਗਈ ਹੈ ਅਤੇ ਨੌਕਰੀ 'ਤੇ ਜਾਣ ਲੱਗ ਗਈ। ਅਤੇ ਇਸ ਤੋਂ ਇਲਾਵਾ ਜਿਹੜਾ ਔਰਤ ਦਾ ਪਹਿਰਾਵਾ ਹੈ ਉਸ ਦੇ ਵਿੱਚ ਵੀ ਕਾਫੀ ਪਰਿਵਰਤਨ ਆਇਆ ਹੈ, ਕਿਉਂਕਿ ਪਹਿਲੇ ਸਮੇਂ ਦੇ ਵਿੱਚ ਔਰਤ ਘੱਗਰਾ, ਕੁੜਤੀ, ਚਾਦਰ ਦੀ ਥਾਵੇਂ ਸਲਵਾਰ ਕਮੀਜ਼, ਚੁੰਨੀ ਪਹਿਨਣ ਤਾਂ ਲੱਗੀ ਹੀ ਅਤੇ ਇਸ ਦੇ ਨਾਲ ਉਸਨੇ ਪੱਛਮੀ ਪ੍ਰਭਾਵ ਨੂੰ ਵੀ ਕਬੂਲਿਆ ਹੈ, ਉਹ ਜੀਨ ਟੌਪ ਤੱਕ ਪਹੁੰਚ ਗਈ ਹੈ। ਤਾਂ ਇਸ ਤਰ੍ਹਾਂ ਉਸ ਦੇ ਵਿਚਾਰਾਂ ਦੇ ਵਿੱਚ ਵੀ ਤਬਦੀਲੀ ਆਈ ਹੈ ਅਤੇ ਨਾਲ ਹੀ ਉਸ ਦੀ ਜਿਹੜੀ ਸਥਿਤੀ ਹੈ ਉਸ ਦੇ ਵਿੱਚ ਕਾਫੀ ਸੁਧਾਰ ਆਇਆ ਹੈ। ਤਾਂ ਪੰਜਾਬੀ ਸੱਭਿਆਚਾਰ ਦੇ ਖਾਣ ਪੀਣ ਦੇ ਤਰੀਕੇ ਵੀ ਜਿਹੜੇ ਬਦਲੇ ਨੇ। ਤਾਂ ਪਹਿਲਾਂ ਸਾਡੇ ਦੇਸੀ ਖਾਣੇ ਸੀ, ਜਿਵੇਂ ਚਾਹ, ਲੱਸੀ, ਦੁੱਧ, ਸਾਗ, ਮੱਕੀ ਦੀ ਰੋਟੀ। ਪਰ ਅੱਜ ਜਿਹੜੇ ਖਾਣੇ ਨੇ ਉਹਨਾਂ ਦੇ ਵਿੱਚ ਪੀਜ਼ਾ, ਬਰਗਰ, ਹੌਟ ਡੌਗ, ਚੋਕਲੇਟ, ਟਾਫੀਆਂ ਵਰਗੇ ਜਿਹੜੇ ਪਦਾਰਥ ਨੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤਰ੍ਹਾਂ ਇਹ ਠੀਕ ਹੈ ਕਿ ਜਿਹੜੇ ਸਾਡੇ ਪੁਰਾਣੇ ਖਾਣੇ ਨੇ ਉਹਨਾਂ ਨੂੰ ਵੀ ਅੱਜ ਤਰਜੀਹ ਦਿੱਤੀ ਜਾਂਦੀ ਹੈ। ਪਰ ਬਿਨਾਂ ਸ਼ੱਕ ਅੱਜ ਪੰਜਾਬੀ ਸੱਭਿਆਚਾਰ ਦੇ ਪਛਾਣ ਬਣ ਚੁੱਕੇ ਖਾਣੇ, ਜਿਵੇਂ ਪਰੌਂਠਾ, ਚੂਰੀ, ਸਮੋਸਾ, ਸਾਗ, ਮੱਕੀ ਦੀ ਰੋਟੀ ਕਹਿੰਦੇ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੋ ਚੁੱਕੇ ਨੇ। ਸਾਨੂੰ ਆਪਣੇ ਸੱਭਿਆਚਾਰ ਦੇ ਰਵਾਇਤੀ ਖਾਣਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਜਿਹੜੀਆਂ ਸਾਡੀਆਂ ਦੇਸੀ ਪਦਾਰਥ ਨੇ, ਜੋ ਸਾਡੇ ਪੁਰਾਣੇ ਸੱਭਿਆਚਾਰ ਦੀਆਂ ਜਿਹੜੀਆਂ ਖੁਰਾਕਾਂ ਸੀ ਅਤੇ ਉਹਨਾਂ ਨੂੰ ਸਾਡੇ ਖਾਣੇ ਦੇ ਵਿੱਚ ਸ਼ਾਮਲ ਕਰ ਲੈਣਾ ਚਾਹੀਦਾ ਹੈ ਅਤੇ ਕਰਦੇ ਰਹਿਣਾ ਚਾਹੀਦਾ ਹੈ। ਅਤੇ ਕੁਝ ਸਮੇਂ ਤੋਂ ਭਾਈਚਾਰੇ ਅੰਦਰ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਵਧੀ ਹੈ। ਤਾਂ ਪਹਿਲਾਂ ਸ਼ਰਾਬ ਕੀ ਸੀ, ਅਮੀਰਾਂ ਦੀ ਅਯਾਸ਼ੀ ਦਾ ਚਿੰਨ੍ਹ ਮੰਨਿਆ ਜਾਂਦਾ ਸੀ। ਪਰ ਅੱਜ ਹਰ ਗਰੀਬ ਅਮੀਰ ਦੇ ਵਿੱਚ ਜਿਹੜੇ ਨਸ਼ਿਆਂ ਦਾ ਰੁਝਾਨ ਹੈ ਉਹ ਵੱਧਦਾ ਜਾ ਰਿਹਾ ਹੈ। ਤਾਂ ਇਸ ਤਰ੍ਹਾਂ ਇਹ ਇੱਕ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ ਕਿ ਅਸੀਂ ਸਾਡੇ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਕਰ ਸਕਦੇ। ਅਤੇ ਉਸ ਤੋਂ ਬਾਅਦ ਪਿਛਲੇ ਕੁਝ ਸਮਿਆਂ ਵਿੱਚੋਂ ਦੋ ਹੋਰ ਵੱਡੀਆਂ ਤਬਦੀਲੀਆਂ ਵਾਪਰੀਆਂ ਨੇ। ਤਾਂ ਪਿੰਡਾਂ ਦੀ ਬਜਾਏ ਸ਼ਹਿਰਾਂ ਵਿੱਚ ਵਸਣ ਦਾ ਰੁਝਾਨ ਵੱਧ ਗਿਆ ਹੈ। ਤਾਂ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਪਿੰਡਾਂ ਵਿੱਚ ਰਹਿਣ ਦੀ ਬਜਾਏ ਸ਼ਹਿਰਾਂ ਵਿੱਚ ਜਾਣ ਨੂੰ ਜਿਹੜੀ ਤਰਜੀਹ ਹੈ ਉਹ ਦੇ ਰਹੀ ਹੈ। ਤਾਂ ਇਸ ਦੇ ਕਈ ਕਾਰਨ ਹੋ ਸਕਦੇ ਨੇ, ਜਿਵੇਂ ਪਿੰਡਾਂ ਦੇ ਵਿੱਚ ਸਹੂਲਤਾਂ ਦਾ ਘੱਟ ਹੋਣਾ। ਤਾਂ ਬਹੁਤ ਸਾਰੇ ਤਿਉਹਾਰ ਜਿਵੇਂ ਤੀਆਂ, ਲੋਹੜੀ, ਸਾਂਝੀ ਇਸ ਰੂਪ ਵਿੱਚ ਬਦਲ ਗਏ ਨੇ। ਹੁਣ ਪੰਜਾਬੀ ਤਿਉਹਾਰ ਹੀ ਨਹੀਂ ਲੱਗਦੇ। ਉਦਾਹਰਨ ਵਜੋਂ ਪਿੰਡਾਂ ਵਿੱਚ ਸਾਉਣ ਮਹੀਨੇ ਪੂਰਾ ਪੰਦਰਵਾੜਾ ਲੱਗਣ ਵਾਲੀਆਂ ਤੀਆਂ ਤਿਉਹਾਰ ਕੁੜੀਆਂ ਦੇ ਮਿਲਣ ਦਾ ਸਾਧਨ। ਤਾਂ ਨਵੀਆਂ ਕੁੜੀਆਂ ਲਈ ਗਿੱਧਾ ਸਿੱਖਣ ਦੀ ਵਰਕਸ਼ਾਪ ਸੀ। ਪਰ ਹੁਣ ਕੀ ਹੋ ਗਿਆ, ਹੁਣ ਇਹ ਸਾਰਾ ਕੁਝ ਬਦਲ ਗਿਆ। ਤਾਂ ਹੁਣ ਆਧੁਨਿਕ ਕਲੱਬਾਂ, ਦਫ਼ਤਰਾਂ ਵਿੱਚ ਜਾਣ ਲੱਗੀਆਂ ਨੇਗੀਆਂ। ਤਾਂ ਇੱਕ ਦਿਨ ਹੀ 2 ਘੰਟੇ ਵਾਲੀਆਂ ਤੀਆਂ ਮੁੱਖ ਅਫਸਰ ਦੀ ਪਤਨੀ ਨੂੰ ਪੀਂਘ 'ਤੇ ਬਿਠਾ ਕੇ ਫੋਟੋ ਛਪਾਉਣ ਤੱਕ ਹੀ ਸੀਮਿਤ ਰਹਿ ਗਈਆਂ। ਭਾਵ ਜਿਹੜੀਆਂ ਤੀਆਂ ਪਹਿਲਾਂ ਲੱਗਦੀਆਂ ਸੀ ਉਹ ਨਹੀਂ ਲੱਗਦੀਆਂ, ਹੁਣ ਕੇਵਲ ਇਹਨਾਂ ਦੀ ਇੱਕ ਫਾਰਮੈਲਿਟੀ ਹੀ ਰਹਿ ਗਈ ਹੈ। ਤਾਂ ਉਸ ਤਰ੍ਹਾਂ ਨੌਕਰੀ ਪੇਸ਼ਾ ਸਮਾਜ ਵਿੱਚ ਆਬਾਦੀ ਦੇ ਵਾਧੇ ਨੂੰ ਠੱਲ੍ਹ ਪਾਉਣ ਲਈ ਛੋਟੇ ਪਰਿਵਾਰ ਪੈਦਾ ਹੋਣੇ ਸੁਭਾਵਿਕ ਜੀ ਗੱਲ ਹੈ। ਪਰ ਇਸ ਦੇ ਨਾਲ ਸਾਡੇ ਜਿਹੜੇ ਵੱਡੇ ਪਰਿਵਾਰ ਨੇ ਉਹ ਟੁੱਟ ਗਏ ਨੇ ਅਤੇ ਉਹਨਾਂ ਦੀਆਂ ਸਾਂਝਾਂ, ਉਹਨਾਂ ਦਾ ਜਿਹੜਾ ਪਹਿਲਾਂ ਵਾਲਾ ਪਿਆਰ ਹੈ ਉਹ
ਟੁੱਟ ਗਿਆ ਹੈ। ਤਾਂ ਜੇ ਘਰ ਵਿੱਚ ਬਜ਼ੁਰਗ ਹੀ ਨਹੀਂ ਤਾਂ ਲੋਕਧਾਰਾ ਦਾ ਖਜ਼ਾਨਾ ਅੱਗੇ ਨਹੀਂ ਤੁਰਨਾ। ਬਿਨਾਂ ਸ਼ੱਕ ਬਦਲੀ ਪ੍ਰਸਥਿਤੀ ਵਿੱਚ ਰਵਾਇਤੀ ਕਿਸਮ ਦੇ ਸੰਯੁਕਤ ਵੱਡੇ ਪਰਿਵਾਰ ਤਾਂ ਸੰਭਵ ਹੀ ਨਹੀਂ, ਪਰ ਜੋੜਾ ਪਰਿਵਾਰ ਵਿੱਚ ਮਾਪਿਆਂ ਨੂੰ ਨਾਲ ਰੱਖ ਕੇ ਛੋਟੇ ਤੋਂ ਵੱਡੇ ਪਰਿਵਾਰ ਦਾ ਵਿਚਕਾਰਲਾ ਰੂਪ ਰੱਖਿਆ ਜਾ ਸਕਦਾ ਹੈ। ਤਾਂ ਇਸ ਤਰ੍ਹਾਂ ਸਾਡੇ ਜਿਹੜੇ ਸਾਂਝੇ ਪਰਿਵਾਰ ਨੇ ਜਾਂ ਸਾਡੇ ਸਾਂਝੇ ਪਰਿਵਾਰ ਦੀਆਂ ਜਿਹੜੀਆਂ ਸਾਂਝਾਂ ਨੇ ਉਹ ਹੁਣ ਟੁੱਟ ਗਈਆਂ ਨੇ। ਇਸ ਸਮੇਂ ਪੰਜਾਬੀਆਂ ਦੇ ਵਿੱਚ ਵਿਦੇਸ਼ ਜਾਣ ਦਾ ਰੁਝਾਨ ਵੱਧ ਗਿਆ ਹੈ। ਤਾਂ ਜਿਹੜੇ ਪੰਜਾਬੀ ਨੇ ਉਹ ਪੰਜਾਬ ਵਿੱਚ ਰਹਿਣਾ ਨਹੀਂ ਪਸੰਦ ਕਰਦੇ, ਤਾਂ ਉਹਨਾਂ ਦੇ ਅੰਦਰ ਵਿਦੇਸ਼ ਜਾਣ ਦਾ ਜਿਹੜਾ ਰੁਝਾਨ ਹੈ ਉਹ ਵਧਿਆ ਹੋਇਆ। ਤਾਂ ਇਸ ਦੇ ਕਈ ਕਾਰਨ ਹੋ ਸਕਦੇ ਨੇ। ਬੇਰੁਜ਼ਗਾਰੀ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਨੌਜਵਾਨ ਪੜ੍ਹੀ ਲਿਖੀ ਜਿਹੜੀ ਪੀੜ੍ਹੀ ਹੈ ਉਸ ਨੂੰ ਪੰਜਾਬ ਦੇ ਵਿੱਚ ਰਹਿ ਕੇ ਰੁਜ਼ਗਾਰ ਨਹੀਂ ਮਿਲਦਾ, ਅਤੇ ਇਸ ਕਾਰਨ ਉਹਨਾਂ ਦਾ ਰੁਝਾਨ ਹੈ ਜਿਹੜਾ ਉਹ ਬਾਹਰ ਦਾ ਵੱਧ ਰਿਹਾ ਹੈ। ਤਾਂ ਇਸ ਦੇ ਨਾਲ ਇਹ ਵੀ ਹੈ ਕਿ ਉਹਨਾਂ ਨੂੰ ਉੱਥੋਂ ਦਾ ਜਿਹੜਾ ਪੱਛਮੀ ਸੱਭਿਆਚਾਰ ਹੈ ਉਹ ਪੰਜਾਬ ਦੇ ਸੱਭਿਆਚਾਰ ਨਾਲੋਂ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਤਾਂ ਨਵੀਂ ਪੀੜ੍ਹੀ ਨਵੇਂ ਸੰਚਾਰ ਦੇ ਸਾਧਨਾਂ ਦੀ ਖੁੱਲ੍ਹ ਕੇ ਵਰਤੋਂ ਕਰਦੀ ਹੈ, ਜਿਨ੍ਹਾਂ ਦੇ ਵਿੱਚ ਸਾਡਾ ਕੰਪਿਊਟਰ, ਇੰਟਰਨੈੱਟ, ਮੋਬਾਈਲ ਫੋਨ ਆ ਜਾਂਦੇ ਨੇ। ਤਾਂ ਇਸ ਤਰ੍ਹਾਂ ਹੁਣ ਪੰਜਾਬੀਆਂ ਦੇ ਹੱਥ ਹੈ ਕਿ ਇਹਨਾਂ ਚੀਜ਼ਾਂ ਦੀ ਯੋਗ ਵਰਤੋਂ ਕਿਵੇਂ ਕਰਨੀ ਹੈ। ਪਰ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਇਹਨਾਂ ਦੀ ਜਿਹੜੀ ਦੁਰਵਰਤੋਂ ਕਰ ਰਹੀ ਹੈ, ਉਹ ਆਪਣਾ ਸਾਰਾ ਧਿਆਨ ਪੜ੍ਹਨ ਪੜ੍ਹਾਉਣ ਪਿੱਛੋਂ ਛੱਡ ਕੇ ਇਹਨਾਂ ਚੀਜ਼ਾਂ ਦੇ ਮਗਰ ਲੱਗੀ ਹੋਈ ਹੈ। ਤਾਂ ਸਾਡੀ ਪੰਜਾਬੀ ਪੀੜ੍ਹੀ ਨੂੰ ਚਾਹੀਦਾ ਹੈ ਕਿ ਇਹਨਾਂ ਚੀਜ਼ਾਂ ਦੀ ਜਿਹੜੀ ਵਰਤੋਂ ਹੈ ਉਹ ਸਯੋਗ ਤਰੀਕੇ ਨਾਲ ਕਰੇ। ਨਵੀਆਂ ਸਥਿਤੀਆਂ ਦੇ ਵਿੱਚ ਸਮਾਜ ਅੰਦਰ ਨਵੀਆਂ ਸਮੱਸਿਆਵਾਂ ਅਤੇ ਲੋੜਾਂ ਪੈਦਾ ਹੋ ਰਹੀਆਂ ਨੇ। ਤਾਂ ਇਹਨਾਂ ਸਮੱਸਿਆਵਾਂ ਨੂੰ ਕੇਵਲ ਕਾਨੂੰਨ ਦੁਆਰਾ ਹੀ ਹੱਲ ਨਹੀਂ ਕੀਤਾ ਜਾ ਸਕਦਾ, ਇਹਨਾਂ ਦੇ ਲਈ ਸਾਡੀ ਸਮਝ ਜ਼ਰੂਰੀ ਹੈ। ਉਦਾਹਰਨ ਵਜੋਂ ਵਾਤਾਵਰਨ ਦੀ ਸਮੱਸਿਆ ਕੇਵਲ ਕਾਨੂੰਨਾਂ ਦੇ ਨਾਲ ਹੱਲ ਨਹੀਂ ਹੋਣੀ, ਤਾਂ ਸਾਨੂੰ ਆਪਣਾ ਵਿਰਸਾ ਆਪ ਫੋਲਣਾ ਪਵੇਗਾ, ਜਿਸ ਵਿੱਚ ਮਾਤਾ ਧਰਤ ਮਹੱਤ ਭਾਵ ਕਿ ਸਾਨੂੰ ਵਾਤਾਵਰਨ ਦੀ ਰੱਖਿਆ ਕਰਨੀ ਚਾਹੀਦੀ ਹੈ। ਤਾਂ ਇਹਨਾਂ ਚੀਜ਼ਾਂ ਜਿਵੇਂ ਪਲਾਸਟਿਕ ਦੇ ਲਿਫਾਫਿਆਂ 'ਤੇ ਨਿਜਾਤ ਪਾਉਣੀ ਚਾਹੀਦੀ ਹੈ। ਤਾਂ ਇਸ ਤਰ੍ਹਾਂ ਜਿਹੜੀ ਵੇਸਟੇਜ ਅਸੀਂ ਕਰ ਰਹੇ ਹਾਂ ਤਾਂ ਉਸ ਨੂੰ ਨਿਜਾਤ ਪਾਉਣੀ ਚਾਹੀਦੀ ਹੈ, ਤਾਂ ਕਿ ਸਾਡੇ ਪ੍ਰਦੂਸ਼ਣ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਿਆ ਜਾ ਸਕੇ ਅਤੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਿਆ ਜਾ ਸਕੇ। ਸੱਭਿਆਚਾਰ ਲਈ ਭਾਸ਼ਾ ਵਾਹਨ ਹੁੰਦੀ ਹੈ, ਕਲਾਵਾਂ ਇਸ ਦਾ ਚਿਹਰਾ ਹੁੰਦਾ ਹੈ। ਜੇ ਭਾਸ਼ਾ ਬਦਲ ਜਾਵੇ ਤਾਂ ਸੱਭਿਆਚਾਰ ਵੀ ਬਦਲ ਜਾਂਦਾ ਹੈ। ਤਾਂ ਜਿਹੜਾ ਅਜੋਕਾ ਯੁੱਗ ਹੈ ਉਹ ਅੰਗਰੇਜ਼ੀ ਦਾ ਹੈ। ਕਹਿੰਦੇ ਅੰਗਰੇਜ਼ ਇੱਥੋਂ ਚਲੇ ਤਾਂ ਗਏ ਪਰ ਜਿਹੜੀ ਆਪਣੀ ਭਾਸ਼ਾ ਹੈ ਛੱਡ ਗਏ ਨੇ। ਤਾਂ ਇਸ ਭਾਸ਼ਾ ਦਾ ਅਸੀਂ ਪ੍ਰਯੋਗ ਕਰ ਰਹੇ ਹਾਂ। ਸਾਨੂੰ ਸਾਡਾ ਪੰਜਾਬੀ ਸੱਭਿਆਚਾਰ, ਸਾਡੀਆਂ ਪੰਜਾਬੀ ਫਿਲਮਾਂ ਨੇ ਜਿਹੜੀਆਂ ਉਹ ਅਲੋਪ ਹੋ ਗਈਆਂ ਨੇ। ਸਾਡਾ ਜਿਹੜਾ ਜ਼ਿਆਦਾ ਰੁਝਾਨ ਹੈ ਉਹ ਅੰਗਰੇਜ਼ੀ ਕਾਰਟੂਨ, ਅੰਗਰੇਜ਼ੀ ਫਿਲਮਾਂ, ਅੰਗਰੇਜ਼ੀ ਗੀਤ ਅਤੇ ਅੰਗਰੇਜ਼ੀ ਸਾਹਿਤ ਵੱਲ ਹੋ ਗਿਆ ਹੈ। ਤਾਂ ਇਸ ਤਰ੍ਹਾਂ ਉਹ ਜਿਹੜੀਆਂ ਪੁਰਾਣੇ ਜ਼ਮਾਨੇ ਦੇ ਵਿੱਚ ਦਾਦੀਆਂ ਨਾਨੀਆਂ ਦੇ ਕੋਲੋਂ ਬਾਤਾਂ ਮੁਹਾਵਰੇ ਸੁਣੇ ਜਾਂਦੇ ਸੀ ਤਾਂ ਉਹ ਹੁਣ ਨਹੀਂ ਸੁਣੇ ਜਾਂਦੇ। ਤਾਂ ਦੁੱਖ ਦੀ ਗੱਲ ਹੈ ਕਿ ਸਾਡਾ ਵਿਰਸਾ ਹੈ, ਜਿਹੜਾ ਸਾਡਾ ਸੱਭਿਆਚਾਰ ਹੈ ਉਹ ਅਲੋਪ ਹੋ ਰਿਹਾ ਹੈ। ਪੰਜਾਬੀ ਸੱਭਿਆਚਾਰ ਸੰਯੁਕਤ ਸੱਭਿਆਚਾਰ ਸੀ, ਜਿਸ ਦੇ ਵਿੱਚ ਸਾਰੇ ਜਾਤਾਂ ਦੇ, ਸਾਰੇ ਵਰਗਾਂ ਧਰਮਾਂ ਦੇ ਲੋਕ ਮਿਲ ਕੇ ਰਹਿੰਦੇ ਸੀ। ਤਾਂ ਦੇਸ਼ ਆਜ਼ਾਦ ਹੋਣ ਸਮੇਂ ਦੇਸ਼ ਵੰਡ ਕਾਰਨ ਇਹ ਭੂਗੋਲਿਕ ਖਿੱਤਾ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ, ਜਿਸ ਦੇ ਵਿੱਚ ਮੁਸਲਮਾਨ ਪਾਕਿਸਤਾਨ ਅਤੇ ਸਿੱਖ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਰਹਿ ਗਏ। ਤਾਂ ਭਾਰਤੀ ਪੰਜਾਬ ਦੇ ਵਿੱਚ ਪੰਜਾਬੀ ਗੁਰਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ, ਜਦ ਕਿ ਪਾਕਿਸਤਾਨੀ ਪੰਜਾਬ ਦੇ ਵਿੱਚ ਜਿਹੜੀ ਲਿਪੀ ਹੈ ਉਹ ਸ਼ਾਹਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਇਸ ਦੇ ਕਾਰਨ ਸਾਡਾ ਜਿਹੜਾ ਸੱਭਿਆਚਾਰ, ਸਾਡਾ ਸਾਂਝਾ ਸੱਭਿਆਚਾਰ ਪੰਜਾਬੀਆਂ ਦਾ ਉਹ ਟੁੱਟ ਗਿਆ ਹੈ। ਤਾਂ ਇਸ ਤਰ੍ਹਾਂ ਦੇਸ਼ ਵੰਡ ਤੋਂ ਪੈਦਾ ਹੋਈ ਪੀੜ੍ਹੀ ਲਈ ਬੜੇ ਦਿਨ, ਤਿਉਹਾਰ, ਮੁਹਾਵਰੇ ਓਪਰੇ ਜਿਹੇ ਹੁੰਦੇ ਨੇ, ਜਿਵੇਂ ਈਦ ਮਗਰੋਂ ਤੰਬਾ ਫੂਕਣਾ, ਈਦ ਦਾ ਚੰਦ ਹੋਣਾ। ਤਾਂ ਇਹਨਾਂ ਚੀਜ਼ਾਂ ਦੀ ਸਮਝ ਸਾਨੂੰ ਨਹੀਂ ਰਹੀ। ਤਾਂ ਪੰਜਾਬੀ ਸਮਾਜ ਭਾਰਤੀ ਜਾਤ ਪ੍ਰਬੰਧ ਅਨੁਸਾਰ ਵੰਡਿਆ ਹੋਇਆ ਹੈ ਅਤੇ ਇਸ ਤਰ੍ਹਾਂ ਇਸ ਦੀ ਸਾਡਾ ਜਿਹੜਾ ਪੰਜਾਬੀ ਸੱਭਿਆਚਾਰ ਹੈ ਉਹ ਅਲੋਪ ਹੋ ਰਿਹਾ ਹੈ। ਸਾਨੂੰ ਲੋੜ ਹੈ, ਸਾਨੂੰ ਇਸ ਸੱਭਿਆਚਾਰ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਸਾਡੇ ਸੱਭਿਆਚਾਰ 'ਤੇ ਸਾਨੂੰ ਮਾਣ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਸੱਭਿਆਚਾਰ ਬਾਰੇ ਜਾਣੂ, ਚੇਤਨ ਅਤੇ ਜਾਗਰੂਕ ਕਰਨਾ ਚਾਹੀਦਾ ਹੈ, ਤਾਂ ਕਿ ਅਸੀਂ ਸਾਡਾ ਜਿਹੜਾ ਪੁਰਾਣਾ ਸੱਭਿਆਚਾਰ ਹੈ ਉਸ ਨੂੰ ਕਾਇਮ ਰੱਖ ਸਕੀਏ ਅਤੇ ਕੁਝ ਕੁ ਜਿਹੜੀਆਂ ਮਾੜੀਆਂ ਗੱਲਾਂ ਨੇ ਉਹਨਾਂ ਨੂੰ ਛੱਡ ਕੇ, ਜਿਵੇਂ ਕੁੜੀਆਂ ਮਾਰਨਾ, ਤਾਂ ਇਸ ਤਰ੍ਹਾਂ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਇੱਜ਼ਤ ਕਰਨਾ, ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਸਾਡੇ ਸੱਭਿਆਚਾਰ ਦੀ ਕਦਰ ਕਰਨੀ ਚਾਹੀਦੀ ਹੈ, ਤਾਂ ਆਉਣ ਵਾਲੀ ਪੀੜ੍ਹੀ ਇਹਨਾਂ ਸੱਭਿਆਚਾਰਾਂ ਦੀਆਂ ਜਿਹੜੀਆਂ ਰਹੁ ਰੀਤਾਂ ਤੋਂ ਜਾਣੂ ਹੋ ਸਕੇ। ਥੈਂਕ ਯੂ।